ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਪੰਜਾਬ ਭਰ ਦੇ ਵਿੱਚ 100 ਦਿਨਾਂ ਦੀ ਯਾਤਰਾ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਅਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ 100 ਥਾਵਾਂ ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਨ ਅਤੇ 200 ਥਾਵਾਂ ਤੇ ਉਹਨਾਂ ਦਾ ਵਿਰੋਧ ਹੁੰਦਾ ਹੈ। ਸਿਮਰਜੀਤ ਸਿੰਘ ਬੈਂਸ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਵੱਡੇ ਪੋਸਟਰ ਜਾਰੀ ਕਰਕੇ ਇਹ ਖੁਲਾਸੇ ਕਰ ਰਿਹਾ ਹੈ ਕਿ ਉਹਨਾਂ ਦਾ ਵਿਰੋਧ ਕਰਨ ਵਾਲੇ ਆਮ ਕਿਸਾਨ ਨਹੀਂ ਸਗੋਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਸਰਾਸਰ ਗਲਤ ਹੈ। ਅਕਾਲੀ ਦਲ ਆਪਣੇ ਵਿਰੋਧ ਤੋਂ ਬੌਖਲਾਹਟ ਦੇ ਵਿੱਚ ਆ ਕੇ ਅਜਿਹੇ ਬਿਆਨਬਾਜ਼ੀ ਕਰ ਰਿਹਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਕਿਸਾਨ ਅੰਦੋਲਨ ਦੇ ਵਿਸ਼ੇ ਦੇ ਉੱਤੇ, ਉਹ ਅੰਦੋਲਨ ਜਿਹੜਾ ਵਿਸ਼ਵ ਪ੍ਰਸਿੱਧ ਆ, ਉਹ ਅੰਦੋਲਨ ਜਿਹਨੂੰ ਪੂਰੀ ਦੁਨੀਆ 'ਚ ਬਸਦੇ ਨਿਆਂ ਪਸੰਦ ਲੋਕਾਂ ਦੀ ਹਮਾਇਤ ਆ, ਉਹ ਅੰਦੋਲਨ ਜਿਹੜਾ ਮੈਜੋਰਿਟੀ ਦੇ ਵਿੱਚ ਦੇਸ਼ ਵਾਸੀਆਂ, ਕਿਸਾਨ ਤੇ ਖੇਤ ਮਜ਼ਦੂਰ ਤੇ ਹਰ ਘਰ ਜਿਹਦੇ ਚੁੱਲ੍ਹਾ ਜਲਦਾ, ਹਰ ਅੰਨ ਖਾਣ ਵਾਲੇ ਪਰਿਵਾਰ ਤੇ ਭਾਰਤ ਦੇ ਨਾਗਰਿਕਾਂ ਦੇ ਨਾਲ ਜੁੜਿਆ ਹੋਇਆ। ਦੋਸਤੋ, ਤੁਹਾਨੂੰ ਯਾਦ ਹੋਊਗਾ ਜਦੋਂ ਇਹ ਖੇਤੀ ਸੁਧਾਰ ਆਰਡੀਨੈਂਸ ਆਏ ਤੇ ਅਸੀਂ ਉਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਸਦਾਉਣ ਵਾਸਤੇ ਅਸੀਂ ਜਲਿਆਂਵਾਲਾ ਬਾਗ ਤੋਂ ਇੱਕ ਸਾਈਕਲ ਯਾਤਰਾ, ਮੇਰਾ ਖਿਆਲ 350 ਕਿਲੋਮੀਟਰ ਮੁੱਖ ਮੰਤਰੀ ਦੇ ਘਰ ਤੱਕ 5 ਦਿਨ 4 ਰਾਤਾਂ ਅਸੀਂ ਸੜਕਾਂ 'ਤੇ ਰਹੇ। ਬੜਾ ਮਜ਼ਾਕ ਉਡਾਇਆ ਇਹਨਾਂ ਲੋਕਾਂ ਨੇ, ਖਾਸ ਕਰਕੇ ਬਾਦਲ ਕੁਨਬੇ ਨੇ, ਕਿ ਇਹਨਾਂ ਨੂੰ ਕੀ ਪਤਾ ਹੈ ਤਾਂ ਐਵੇਂ ਸਾਈਕਲਾਂ ਦੀਆਂ ਕਾਠੀਆਂ ਤੋੜਦੇ ਆ। ਤੇ ਔਨ ਰਿਕਾਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਟੇਟਮੈਂਟ ਕਿ ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਨ ਰਿਕਾਰਡ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਿਆਨਾਤ ਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਸ ਵੇਲੇ ਕੈਬਨਿਟ ਵਜ਼ੀਰ ਸੀਗੇ ਤੇ ਉਹਨਾਂ ਨੇ ਇਸ ਆਰਡੀਨੈਂਸ ਦੇ ਉੱਤੇ ਸਾਈਨ ਕੀਤੇ। ਇਹ ਬੱਚਾ ਜਾਣਦਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਤੇ ਬਾਦਲ ਕੁਨਬੇ ਦੀ ਮਜਬੂਰੀ ਬਣ ਗਈ। ਮਜਬੂਰੀ ਦੇ ਤਹਿਤ ਬੀਬੀ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਕਰਕੇ ਦੇਸ਼ ਦੀ ਵਜ਼ਾਰਤ ਦੇ ਵਿੱਚੋਂ, ਕੇਂਦਰੀ ਸਰਕਾਰ ਦੇ ਵਿੱਚੋਂ ਰਿਜ਼ਾਈਨ ਕਰਕੇ ਬਾਹਰ ਆਉਂਦੇ ਆ। ਬਾਹਰ ਆਉਣ ਤੋਂ ਬਾਅਦ ਦੇ ਵੀਡੀਓਜ਼ ਵੀ ਹੈਗੇ ਆ ਜਿਹਦੇ ਵਿੱਚ ਕੇਂਦਰੀ ਸਰਕਾਰ ਦਾ ਮੋਹ ਜਾਗਦਾ ਪ੍ਰਤੀਤ ਹੋ ਰਿਹਾ। ਚਰਮ ਸੀਮਾ ਦੇ ਉੱਤੇ ਪਹੁੰਚਿਆ ਅੰਦੋਲਨ, ਜਿਹਦੇ ਵਿੱਚ ਸੈਂਕੜੇ ਸਾਡੇ ਦਲਿਤ ਖੇਤ ਮਜ਼ਦੂਰ ਤੇ ਕਿਸਾਨ ਵੀਰਾਂ ਨੇ ਸ਼ਹਾਦਤ ਦਿੱਤੀ। 90 ਸਾਲ ਤੋਂ ਵੱਧ ਦੇ ਸਾਡੇ ਬਜ਼ੁਰਗ ਅੱਜ ਵੀ ਇਸ ਕਿਸਾਨ ਮੋਰਚੇ ਦੇ ਵਿੱਚ ਆਪਣੇ ਘਰ ਘਾਟ ਛੱਡ ਕੇ ਬੁਢੇਪੇ ਦੇ ਵਿੱਚ ਭਰ ਗਰਮੀ ਤੇ ਭਰ ਸਰਦੀ, ਝੱਖੜ ਤੇ ਤੂਫਾਨ ਦੇ ਵਿੱਚ ਸਾਹਮਣਾ ਕਰਦੇ ਹੋਏ ਦੇਸ਼ ਨਹੀਂ ਪੂਰੀ ਦੁਨੀਆ ਦੇ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਜਿਹੜਾ ਸਭ ਤੋਂ ਵੱਡਾ ਥੰਮ ਹੈਗਾ ਉਹ ਸਾਡੇ ਦੇਸ਼ ਭਾਰਤ ਕੋਲੇ ਆ। ਐਂਡ ਡੈਮੋਕ੍ਰੇਸੀ ਦੇ ਵਿੱਚ ਜਨਤਾ ਜਨਾਰਦਨ ਲੋਕਾਂ ਤੋਂ ਉੱਤੇ ਕੁਛ ਨਹੀਂ, ਇਹ ਹੋਕਾ ਦੇਣ ਵਾਸਤੇ ਪਿਛਲੇ 9 ਮਹੀਨਿਆਂ ਤੋਂ ਵੱਧ ਉਹ ਮੋਰਚਾ ਬਾਖੂਬੀ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਹਿਬਾਨ ਬਾਖੂਬੀ ਮੋਰਚਾ ਚਲਾ ਰਹੇ। ਐਂਡ ਇਹ ਦਿਨ ਆਉਣਾ ਜਦੋਂ ਮੋਦੀ ਦੀ ਸਰਕਾਰ ਨੂੰ ਝੁਕਣਾ ਪੈਣਾ ਤੇ ਤਿੰਨੋਂ ਕਿਸਾਨ ਨੂੰ ਤੇ ਖੇਤ ਮਜ਼ਦੂਰ ਨੂੰ ਖਤਮ ਕਰਨ ਲਈ, ਸਾਂਝੇ ਪੰਜਾਬ ਦੀ ਹੋਂਦ ਖਤਮ ਕਰਨ ਲਈ, ਸਾਂਝਾ ਪੰਜਾਬ ਮਤਲਬ ਹਰਿਆਣਾ, ਪੰਜਾਬ ਤੇ ਕੁਛ ਪਾਰਟ ਹਿਮਾਚਲ ਦਾ, ਇਹ ਹੋਂਦ ਖਤਮ ਕਰਨ ਵਾਸਤੇ ਜਿਹੜੇ ਕਾਨੂੰਨ ਆ ਇਹ ਵਾਪਸ ਲੈਣੇ ਪੈਣੇ ਆ। ਹੁਣ ਗੱਲ ਕਿੱਥੇ ਆ ਗਈ? ਹੁਣ ਗੱਲ ਆ ਗਈ 100 ਰੈਲੀਆਂ ਦੀ। 100 ਦਿਨ 100 ਰੈਲੀਆਂ ਬਾਦਲ ਕੁਨਬੇ ਵੱਲੋਂ, ਤੇ ਹਰ ਰੈਲੀ ਦੇ ਵਿੱਚ ਬਾਦਲ ਕੁਨਬੇ ਦਾ ਵਿਰੋਧ ਔਸਤਨ 2 ਜਗ੍ਹਾ, ਐਵਰੇਜ 100 ਰੈਲੀ ਤੇ 200 ਜਗ੍ਹਾ ਵਿਰੋਧ। ਪੰਜਾਬੀ ਦੀ ਇੱਕ ਕਹਾਵਤ ਆ, 100 ਗੰਢਾ ਵੀ ਖਾ ਲਿਆ ਤੇ 100 ਜੁੱਤੀਆਂ ਵੀ ਖਾ ਲਈਆਂ। ਹੁਣ 100 ਜਗ੍ਹਾ ਰੈਲੀ ਤੇ 200 ਜਗ੍ਹਾ ਪੰਜਾਬ ਦੇ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਆ। ਤੇ ਇਹ ਇਲਜ਼ਾਮ ਕੀ ਲਾਉਣ ਲੱਗੇ ਹੋਏ ਆ? ਇਹ ਇਲਜ਼ਾਮ ਲਾਉਂਦੇ ਆ, ਬੜੇ ਵੱਡੇ ਪੋਸਟਰ, ਵੱਡੀਆਂ ਸਕਰੀਨਾਂ ਲਾਉਂਦੇ ਆ, ਪੀਟੀਸੀ ਜਾਂ ਦੂਸਰੇ ਤੀਸਰੇ ਚੈਨਲਾਂ ਵਾਲਿਆਂ ਨੂੰ ਇਕੱਠੇ ਕਰਕੇ ਗੁੰਮਰਾਹ ਕਰਨ ਦਾ ਯਤਨ ਕਰਦੇ ਆ। ਕਿਸੇ ਨੂੰ ਤਾਂ ਕਹਿ ਦਿੰਦੇ ਆ ਦੇਖੋ ਇਹਦੀ ਫੋਟੋ 2017 ਦੇ ਵਿੱਚ ਝਾੜੂ ਵਾਲਿਆਂ ਦੇ ਨਾਲ ਲੱਗੀ ਹੋਈ ਆ, ਆਹ ਦੇਖੋ ਇਹ ਕਾਂਗਰਸ ਪਾਰਟੀ ਦਾ,
ਆ ਦੇਖੋ ਇਹ ਫਲਾਨੀ ਪਾਰਟੀ ਨਾਲ ਸੰਬੰਧਿਤ ਹੈਗਾ। ਸੋ ਇੰਨੀ ਛੇਤੀ ਡਿਟੈਕਟ ਕਰ ਲਿਆ ਇਹਨਾਂ ਨੇ, ਇੰਨੀ ਛੇਤੀ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਆ ਉਹਨਾਂ ਦੇ ਵੀਡੀਓਜ਼ ਵੀ ਆ ਰਹੇ ਆ ਵੀ ਅਸੀਂ ਵੋਟਰ ਹੈਗੇ ਆ। 2017 ਦੇ ਵਿੱਚ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਕਾਸਟ ਕੀਤਾ, ਕੋਈ ਕਹਿੰਦਾ ਮੈਂ ਕਾਂਗਰਸ ਨੂੰ ਵੋਟ ਕਾਸਟ ਕੀਤਾ, ਪਰ ਅਸੀਂ ਅਹੁਦੇਦਾਰ ਨਹੀਂ। ਇਹ ਝੱਟ ਦੇਣੇ ਦੀ ਅੱਜ ਉਹ ਲੋਕ ਜਿਹੜੇ 10 ਸਾਲ ਸੱਤਾ 'ਤੇ ਰਹੇ ਅੱਜ ਫਟਾਫਟ ਫੋਟੋਆਂ ਵਾਇਰਲ ਕਰ ਰਿਹਾ ਵੀ ਆਹ ਲਓ ਜੀ ਇਹ ਕਿਸਾਨਾਂ ਦੇ ਭੇਸ ਦੇ ਵਿੱਚ ਫਲਾਣੇ ਬੰਦੇ ਆ। ਦੋਸਤੋ, ਕਿਸਾਨੀ ਪਹਿਲਾਂ। ਜੇ ਕੋਈ ਮੈਨੂੰ ਪੁੱਛ ਲਿਓ ਵੀ ਤੇਰੇ ਵਾਸਤੇ ਪਾਰਟੀ ਪਹਿਲਾਂ ਜਾਂ ਕਿਸਾਨ ਪਹਿਲਾਂ, ਦਾ ਮੈਂ ਕਹੂੰਗਾ ਕਿ ਸਾਡੀ ਧੁਰਾ ਪੰਜਾਬ ਦਾ ਖੇਤੀਬਾੜੀ ਆ। ਕਿਸਾਨ ਦਿਲ ਹੈਗਾ ਪੰਜਾਬ ਦਾ, ਖੇਤੀਬਾੜੀ ਦਿਲ ਆ ਪੰਜਾਬ ਦਾ, ਸਭ ਤੋਂ ਪਹਿਲਾਂ ਖੇਤੀਬਾੜੀ ਆ। ਸੋ ਅੱਜ ਇਹ ਲੋਕ ਵੱਡੇ ਵੱਡੇ ਪੋਸਟਰ ਬਣਾਉਂਦੇ ਆ, ਸ਼ਰਮ ਆਉਣੀ ਚਾਹੀਦੀ ਆ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪੰਜਾਬ ਦੇ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦ ਕਰੋ ਉਹ ਵੇਲਾ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਬਾਬਤ ਬਾਦਲ ਹਕੂਮਤ ਵੇਲੇ ਕੰਧਾਂ ਦੇ ਉੱਤੇ ਪੋਸਟਰ ਲਾਏ ਗਏ। ਇਹਨਾਂ ਕੋਲ ਉਦੋਂ ਤਾਂ ਫੜੇ ਨਹੀਂ ਗਏ ਵੀ ਕੰਧਾਂ ਦੇ ਉੱਤੇ ਪੋਸਟਰ ਕੌਣ ਲਾ ਗਿਆ, ਤੇ ਉਦੋਂ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਨ। ਗੁਰੂ ਗ੍ਰੰਥ ਸਾਹਿਬ ਚੋਰੀ ਹੋਏ, ਫਿਰ ਪੋਸਟਰ ਲੱਗੇ। ਉਹਨਾਂ ਨੇ ਕਿਹਾ ਵੀ ਤੁਹਾਡਾ ਬਾਪ ਚੋਰੀ ਕਰ ਲਿਆ, ਜੇ ਹਿੰਮਤ ਹੈਗੀ ਤਾਂ ਲੱਭ ਲਓ ਤੁਸੀਂ। ਇਹ ਗ੍ਰਹਿ ਮੰਤਰੀ ਤੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਹ ਕਹਿੰਦੇ ਸੀਗੇ ਕਿ ਕਾਕਾ ਮੈਨੂੰ ਤਾਂ ਸੜਕ ਤੇ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ, ਮੇਰੀ ਇੰਨੀ ਵਿਜੀਲੈਂਸੀ ਹੈ। ਇਹਨਾਂ ਕੋਲੋਂ ਉਹ ਬੰਦੇ ਫੜੇ ਨਹੀਂ ਗਏ। ਇਹਨਾਂ ਦੇ ਕੋਲੋਂ ਜਿਹੜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੀ ਸੰਗਤ ਰੋਸ ਵਜੋਂ, ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਤੇ ਰੋੜਿਆ ਗਿਆ, ਉਹਦੇ ਪਛਤਾਤਾਪ ਵਾਸਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਅਣਪਛਾਤੀ ਪੁਲਿਸ। ਇਹ ਕਹਿੰਦੇ ਆ ਨਾ ਵੀ ਅਸੀਂ ਅਣਪਛਾਤੇ ਲੋਕ ਲੈ ਕੇ ਆਏ ਆ, ਕੋਈ ਝਾੜੂ ਨਾਲ ਸੰਬੰਧਿਤ ਆ, ਕੋਈ ਕਾਂਗਰਸ ਨਾਲ ਸੰਬੰਧਿਤ ਆ। ਤੁਸੀਂ ਜਦੋਂ ਗ੍ਰਹਿ ਮੰਤਰੀ ਸੀ, ਤੁਹਾਡੇ ਪਿਤਾ ਜੀ ਮੁੱਖ ਮੰਤਰੀ ਸੀ, ਤੁਹਾਡੇ ਕੁਨਵੇ ਦੀ ਸਰਕਾਰ ਸੀ, ਤੁਹਾਡੇ ਸਮੇਂ ਤਾਂ ਪੁਲਿਸ ਵੀ ਅਣਪਛਾਤੀ ਹੋ ਗਈ। ਹੁਣ ਤੁਸੀਂ ਬੜੀ ਛੇਤੀ ਸਾਰਾ ਕੁਝ ਲੱਭ ਕੇ ਇਹ ਸਾਬਤ ਕਰਨ ਦੇ ਯਤਨਾਂ 'ਚੋਂ ਕਿ ਇਹ ਰਾਜਨੀਤਿਕ ਤੌਰ ਤੇ ਤੁਹਾਡਾ ਵਿਰੋਧ ਹੋ ਰਿਹਾ। ਕੋਈ ਰਾਜਨੀਤਿਕ ਤੌਰ ਤੇ ਵਿਰੋਧ ਨਹੀਂ ਹੋ ਰਿਹਾ। ਮੈਂ ਦੱਸਣਾ ਚਾਹੂੰਗਾ ਕਿ ਇਹ ਪੰਜਾਬ ਦੀ ਜਨਤਾ ਕਦੇ ਨਹੀਂ ਭੁੱਲੂਗੀ। ਤੁਸੀਂ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਮਨਤਾਰ ਬਰਾੜ ਨੂੰ ਆਪਣਾ ਉਮੀਦਵਾਰ ਘੋਸ਼ਿਤ ਕਰਕੇ। ਉਹ ਬੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਅਪਮਾਨ ਸਾਰੇ ਕਿੱਸੇ ਦੇ ਵਿੱਚ 4 ਸ਼ੀਟਰ ਹੋਵੇ, ਜਿਹਦੇ ਉੱਤੇ 4 ਸ਼ੀਟ ਫਰੇਮ ਹੋਈ ਹੋਵੇ, ਜਿਹੜਾ ਜ਼ਮਾਨਤ ਤੇ ਹੋਵੇ। ਅਕਾਲੀ ਦਲ ਐਸੇ ਬਾਦਲ ਕੁਨਵੇ ਦੇ ਹੱਥਾਂ 'ਚ ਆ ਗਿਆ। ਦੇਖੋ ਕਿੱਡਾ ਮੂਰਖਮਤੀ ਵਾਲਾ ਫੈਸਲਾ ਕਿ ਤੁਸੀਂ ਚੱਕ ਕੇ ਉਹਨੂੰ ਆਪਣਾ MLA ਦਾ ਉਮੀਦਵਾਰ ਅਨਾਉਂਸ ਕਰ ਦਿੱਤਾ। ਸੋ ਅੱਜ ਜਿਹੜਾ ਅਕਾਲੀ ਦਲ ਰੌਲਾ ਪਾ ਰਿਹਾ, ਅਣਪਛਾਤੇ ਫਲਾਨੇ ਇਹ ਫਲਾਨੀ ਪਾਰਟੀ ਨਾਲ, ਇਹ ਫਲਾਨੀ ਪਾਰਟੀ ਨਾਲ, ਇਹਨਾਂ ਨੂੰ ਆਪਣੇ ਗਿਰੇਬਾਨ ਦੇ ਵਿੱਚ ਝਾਕਣ ਦੀ ਲੋੜ ਹੈ। ਜਦੋਂ ਤੁਸੀਂ ਪਾਵਰ ਦੇ ਵਿੱਚ ਸੀਗੇ, ਸੱਤਾ 'ਚ ਸੀਗੇ, ਤੁਹਾਨੂੰ ਨਹੀਂ ਲੱਭੇ ਪੋਸਟਰ ਲਾਉਣ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਲੋਕ, ਤੁਹਾਨੂੰ ਅਣਪਛਾਤੇ ਪੁਲਿਸ ਅਫਸਰ ਨਹੀਂ ਲੱਭੇ। ਤੁਹਾਡੀਆਂ ਅੱਖਾਂ ਦੇ ਉੱਤੇ ਸੱਤਾ ਦੀ ਚਰਬੀ ਆਈ ਹੋਈ ਸੀ, ਪਟਾ ਚੜਿਆ ਹੋਇਆ ਸੀ ਸੱਤਾ ਦਾ, ਤੇ ਤੁਸੀਂ ਅੱਜ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹੋ। ਸੋ ਮੇਰੀ ਪੰਜਾਬ ਦੇ ਆਵਾਮ ਨੂੰ ਅਪੀਲ ਆ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਹਿਬਾਨ ਬੜੀ ਸੂਝਵਾਨਤਾ ਦੇ ਨਾਲ ਮੋਰਚਾ ਚਲਾ ਰਹੇ ਆ। ਮੇਰੀ ਅਪੀਲ ਤੇ ਬੇਨਤੀ ਹੈ, ਆ ਖੁੱਲ੍ਹਾ ਚਿੱਠਾ ਜਾਰੀ ਕਰ ਦਿੱਤਾ ਕੱਲ ਇਹਨਾਂ ਨੇ ਕਿ ਅਸੀਂ ਸਾਰੇ ਲੀਡਰਸ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਬੈਠ ਜਾਓ। ਤੁਹਾਡੇ ਨਾਲ ਬੈਠੇ ਕੌਣ? ਤੁਹਾਡੀ ਕਿਸੇ ਕਰਤੂਤ ਦਾ ਲੋਕਾਂ ਨੂੰ ਨਾ ਪਤਾ ਹੋਵੇ, ਕਿਸਾਨਾਂ ਨੂੰ ਨਾ ਪਤਾ ਹੋਵੇ, ਕਿਸਾਨ ਲੀਡਰਸ ਨੂੰ ਨਾ ਪਤਾ ਹੋਵੇ, ਪੰਜਾਬ ਦੇ ਲੋਕਾਂ ਨੂੰ ਨਾ ਪਤਾ, ਫਿਰ ਤਾਂ ਤੁਸੀਂ ਕਹੋ। ਸੋ ਇਹ ਨਟੰਕੀ ਤੇ ਡਰਾਮੇਬਾਜ਼ੀ ਸਿਰਫ ਤੇ ਸਿਰਫ ਹਸੀਨ ਸੁਪਨੇ ਦੇਖ ਰਹੇ ਆ ਕਿ 2022 ਦੇ ਵਿੱਚ ਸਾਡੀ ਸਰਕਾਰ, ਇਹ ਸਰਕਾਰ ਬਣਾਉਣ ਦੇ ਚੱਕਰਾਂ ਦੇ ਵਿੱਚ ਇਹਨਾਂ ਨੂੰ ਭੁੱਲ ਗਿਆ ਕਿਸਾਨ ਮੋਰਚਾ, ਕਿਸਾਨ ਅੰਦੋਲਨ, ਇਹਨਾਂ ਨੂੰ ਭੁੱਲ ਗਏ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਬਣੇ ਹੋਏ 3 ਕਾਨੂੰਨ ਰੱਦ ਕਰਾਉਣ ਵਾਸਤੇ ਉਸ ਮੋਰਚੇ ਨੂੰ ਮਜ਼ਬੂਤ ਕਰਨਾ ਭੁੱਲੇ ਹੋਏ ਆ ਸਾਰਾ ਕੁਝ। ਸੋ ਮੈਂ ਆਸ ਕਰੂੰਗਾ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ ਵੀ ਇਹ ਜਿਹੜੇ ਅੱਜ ਬਾਦਲ ਕੁਨਬਾ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੋਟ ਤਾਂ ਕਿਸੇ ਨਾ ਕਿਸੇ ਨੂੰ ਪਾਉਣੀ ਹੈ ਨਾ, ਅੱਜ ਉਹਨਾਂ ਨੂੰ ਕਿਸਾਨ ਪਰੇ ਕਰਕੇ ਇਹ ਗੱਲ ਗਰਦਾਨਣ ਦੇ ਯਤਨਾਂ 'ਚ ਵੀ ਇਹ ਰਾਜਨੀਤਿਕ ਤੌਰ ਤੇ ਸਾਡਾ ਵਿਰੋਧ ਹੋ ਰਿਹਾ। ਬਿਲਕੁਲ ਗਲਤ ਗੱਲ ਹੈਗੀ ਆ।
कोई राजनीतिक तौर पर विरोध नहीं, कोई प्री प्लैंड तैयार किया होया विरोध नहीं। ये विरोध पंजाबियों के मनां दे अंदर, दिलों के अंदर जिहड़ा 10 साल तुसीं पंजाब के लोगों के नाल कीता, तुसीं ये काले कानून बनाउण दे विच नींह रखी है, अज उस रखी हुई नींह का विरोध है। तुसीं जो मर्जी कर लो, पंजाब के लोग, पंजाब का किसान, पंजाब का दलित खेत मजदूर कदे तुहानूं माफ़ नहीं करू। वो पोस्टपोन पिछे मैं तां ये बेनती की आ, ये पोस्टपोन के पिछे लोगों नूं भंबड़ भूसा खड़ा करना सी, लोगों नूं ये दस्सण वास्ते लिया के फोटोआं भी ये फलानी पार्टी नाल संबंधित है, फलानी पार्टी नाल संबंधित आया कि इन्हां नूं अपनी सतह दे दिन भुल गए। पोस्टर लाउण वाले लोग, गुरु ग्रंथ साहब चोरी करने वाले लोग एंड अणपछाती पुलिस अज किसान अंदोलन तो लोगों नूं तोड़न वास्ते, अज किसान अंदोलन तो लोगों का ध्यान भटकाउण वास्ते 6 दिन का ये तारपीडो करके ड्रामा किया जा रहा। ये तुरंत अनाउंस करन कि जो किसान मोर्चा, संयुक्त किसान मोर्चा हुक्म करूगा, पंजाब दियां सारियां राजनीतिक जमातां ते पार्टियां संयुक्त किसान मोर्चे दे दिते हुए हर हुक्म के उत्ते पैरा चढ़ाउणगियां, फुल चढ़ाउणगियां। देखो, मैनूं उम्मीद नहीं सी भी सरदार शरणजीत सिंह ढिल्लों, जिन्हां नूं सॉफ्ट कॉर्नर लीडर कहा जाता, वो इदां दी बाहयाती वाली प्रैस कॉन्फ्रेंस करनगे। उन्हां दी प्रैस कॉन्फ्रेंस तो बाद जिन्हां लोकां दे उन्होंने पोस्टर जारी किए आ कि ये फलानी पार्टी का, ये फलानी पार्टी का, वो लोग खुद प्रैस कॉन्फ्रेंसां कर रहे कि साडा किसी पार्टी दे नाल संबंध नहीं, असी किसी पार्टी के अहुदेदार नहीं, असी फस्ट ऑफ ऑल किसान हैगे, सब तो पहला असी किसान आ, सानू किसानी दे उत्तों होर कोई गल भी जिहड़ी आ वो उत्ते नहीं, साडे वास्ते किसानी उत्ते। सो हुण तां मेरे कहण दी भी गुंजाइश नहीं, हुण तां वो लीडर जिन्हां दे उत्ते इन्हां ने दूसरियां पार्टियां दे मैंबर ते अहुदेदार होण दा दोष लाया, वो खुद कैमरे दे सामने आके सारा कुछ स्पष्ट। देखो, क्राइसिस ऑफ लीडरशिप इन पंजाब पिछले तुसीं मेरा ख्याल 40-45 सालों तो पंजाब की राजनीति के उत्ते काबज चंद परिवारों का गलबा, चंद परिवारों के नाम तुसीं टिप्स के उत्ते गिण सकते हो। ये क्राइसिस कित्थों टुटना? ये क्राइसिस अंदोलनां दे विच हुण किन्ने किसान शहादते जाम पी गए। सो जिहड़ा चड़ूनी साहब का बयान है, संजीदगी दे नाल सारी लीडरशिप नूं उन्हां दे बयान की चंगे तरीके समीख्या विचार वटांदरा करन तो बाद पंजाब की राजनीति दे विच आई भ्रिष्टाचार की दलदल नूं समाप्त करन वास्ते जिहड़ा उन्हां दा बयान आ वो बड़ा अर्थपूर्ण आ, उहदे बड़े डूंघे अर्थ आ। ਇਹਦੇ ਉੱਤੇ ਜ਼ਰੂਰ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ। ਦੇਖੋ, ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਮੈਂ ਇਹ ਸਮਝੂੰਗਾ ਪੰਜਾਬ ਦੇ ਲੋਕਾਂ, ਦੇਸ਼ ਦੇ ਲੋਕਾਂ ਤੇ ਖਾਸ ਕਰਕੇ ਸਿੱਖ ਆਵਾਮ ਵਾਸਤੇ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਦਿਹਾੜਾ ਆਪਾਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਹ ਦੇਖਣ ਤੇ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ। ਅਕਾਲੀ ਦਲ ਜਿਹੜਾ 10 ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਤੇ ਅੱਜ ਬਾਦਲ ਕੁਨਵੇ ਨੇ ਕੀ ਸਾਬਤ ਕੀਤਾ? ਇੱਕ ਦਿਨ ਦਾ ਇਹ ਸਮਾਗਮ ਵਿਧਾਨ ਸਭਾ ਦਾ श्री गुरु तेग बहादुर साहब के जन्म दिहाड़े की उपमा दे विच उन्हां द्वारा दिती गई कुर्बानी दे पूरे दुनिया च वसदे लोकां नूं जानकारियां देण वास्ते एक दिन का सैशन, तो इन्हां कोलों एक दिन का सैशन भी जरिया नहीं गया। वो यार, तुसीं राजनीति करनी है कर लिओ, कम से कम एक दिन तो छड्ड दिओ। पहलां तुसीं नौटंकी बाहर विधान सभा दे कीती, फिर तुसीं अंदर ठोको ताली ते कैप्टन अमरिंदर का नाम लैके वोटां की गल कीती। आया एक दिन जे तुसी राजनीति ना करते, इदां दियां बेतुकियां बेहुदा हरकतां ना करते, तो की होण लग्या सी? तुसी बाहर आके मीडिया के सामने कहने हो इंदिरा गांधी इंटरनेशनल एयरपोर्ट का नाम गुरु तेग बहादुर साहब के नाम से तब्दील किया जाए। ये गल तुसी हाउस चलन दिंदे, तुसी ये गल हाउस दे विच रखते। सो मैं ये कहूँगा कि सत्ता प्राप्ति वास्ते जिहड़े सिद्धांत सीगे अकाली दल दे, वो बादल कुनवे ने पैरों थले दरड़े हुए। देखो, जी अदालती प्रक्रिया वो मैं कोई दखलअंदाजी करा मेरे वास्ते चंगी गल नहीं। विद ड्यू कोर्स ऑफ लॉ निजम की कहते आ, वो किमें आके सरेंडर करके जमानत लै सकते, डेफामेशन आ। ये कोई बड़ी वड्डी गल नहीं, किते हो सकता हो किसी काम दे विच मशरूफीयत कारण कोई डेट मिस कर गए होण तो उन्होंने नॉन अवेलेबल वारंट जिहड़े जारी हो गए एंड वो मानयोग अदालत देखूगी कि वो जो आके पेश होंदे आ ते उन्होंने की करना। हरजीत गरेवाल नूं पुछदा कौन आ दोस्त? मेरा नहीं ख्याल उन्हों की केंद्री हाई कमांड के अंदर कोई पुछ प्रतीत होवे। हाँ, थोड़े मीडिया ने उन्होंने बड़ी माइलेज दी हुई है क्योंकि वो इस तरीके के बयान देंगे आ, मीडिया उन्होंने फिर
ਬਿਆਨਾਂ ਨੂੰ ਚੰਗੀ ਅਹਿਮੀਅਤ ਦੇ ਕੇ ਸੁਰਖੀਆਂ ਦੇ ਵਿੱਚ ਲੈ ਕੇ ਆਉਂਦਾ। ਹਰਜੀਤ ਗਰੇਵਾਲ ਜੀ ਪੰਜਾਬ ਦੇ ਜੰਮਪਲ ਆ। ਮੇਰੀ ਰਿਕੁਐਸਟ ਆ, ਮੇਰੀ ਬੇਨਤੀ ਆ ਕਿ ਤੁਹਾਨੂੰ ਤਾਂ ਇਹ ਚਾਹੀਦਾ ਸੀ, ਤੁਸੀਂ ਖੁਦ ਫਾਰਮਰ ਹੋ, ਤੁਸੀਂ ਖੁਦ ਕਿਸਾਨ ਪਰਿਵਾਰ ਦੇ ਵਿੱਚੋਂ, ਤੁਹਾਨੂੰ ਇਹ ਚਾਹੀਦਾ ਸੀ ਕਿ ਸਮੁੱਚੀ ਪੰਜਾਬ ਦੀ ਬੀਜੇਪੀ ਨੂੰ ਯੂਨਾਈਟ ਕਰਕੇ ਅਲਟੀਮੇਟਮ ਦੇ ਕੇ ਆਉਂਦੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਨੂੰ। ਇਹ ਕਹਿ ਕੇ ਆਉਂਦੇ ਵੀ ਜੇ ਕਾਨੂੰਨ ਰੱਦ ਨਾ ਹੋਏ ਤਾਂ ਅਸੀਂ ਸਮੂਹਕ ਰੂਪ ਦੇ ਵਿੱਚ ਬੀਜੇਪੀ ਤੋਂ ਰਿਜ਼ਾਈਨ ਕਰ ਜਾਵਾਂਗੇ। ਅੱਜ ਦੁੱਖ ਤੇ ਅਫਸੋਸ ਹੈ ਕਿ ਵਿਚਾਰੀ ਫੀਮੇਲ ਕੁੜੀ ਪੱਤਰਕਾਰ, ਉਹਨੂੰ ਹਰਜੀਤ ਗਰੇਵਾਲ ਸਾਹਿਬ ਉਮਰ ਦੇ ਤਕਾਜ਼ੇ ਦੇ ਵਿੱਚ ਵੱਡੇ ਆ, ਸੂਝਵਾਨ ਆ, ਇਹ ਕਹਿਣ ਵੀ ਤੈਨੂੰ ਤੇਰੇ ਬਾਪ ਦਾ ਪਤਾ ਵੀ ਤੇਰਾ ਬਾਪ ਕੌਣ ਆ। ਇਦੋਂ ਨੀਚ ਤੇ ਘਟੀਆ ਕੋਈ ਗੱਲ ਕਹੀ ਨਹੀਂ ਜਾ ਸਕਦੀ ਜਿੱਡੀ ਉਹਨਾਂ ਨੇ ਨੀਚ ਤੇ ਘਟੀਆ ਗੱਲ ਇੱਕ ਪੱਤਰਕਾਰ, ਫੀਮੇਲ ਪੱਤਰਕਾਰ ਵਾਸਤੇ ਕਹੀ ਹੈ। ਦੇਖੋ, ਸਾਡੀ ਜਿਹੜੀ ਫਸਟ ਪ੍ਰੈਫਰੈਂਸ ਹੈ, ਮੈਂ ਬਾਰ-ਬਾਰ ਇਹ ਗੱਲ ਦੁਹਰਾਉਣਾ ਕਿ ਵੋਟਾਂ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਜਿਹੜਾ ਕਿਸਾਨ ਮੋਰਚਾ, ਜਿਹਦੇ ਵਿੱਚ ਸੈਂਕੜੇ ਸ਼ਹਾਦਤਾਂ ਹੋ ਚੁੱਕੀਆਂ ਨੇ, ਬਜ਼ੁਰਗ ਰੁਲ ਰਹੇ ਆ, ਉਹ ਜਿੱਤਣਾ ਜ਼ਰੂਰੀ ਆ। ਉਹਨੂੰ ਤਾਕਤਵਰ ਕਰਨਾ, ਲੋਕਾਂ ਨੂੰ ਮੋਟੀਵੇਟ ਕਰਕੇ ਉਸ ਮੋਰਚੇ ਦੇ ਵਿੱਚ ਲੈ ਕੇ ਜਾਣਾ। ਵੋਟਾਂ ਇਹ ਕਾਲੇ ਕਾਨੂੰਨ ਸਮਾਪਤ ਕਰਕੇ ਮੋਰਚਾ ਸਫਲ ਹੋ ਕੇ ਪੰਜਾਬ 'ਚ ਆ ਜਾਵੇ, ਫਿਰ ਸਾਰਾ ਕੁਝ ਹੀ ਓਕੇ ਆ। ਕੌਣ ਕਿਹਦੇ ਨਾਲ ਗੱਠਜੋੜ ਕਰਦਾ, ਇਹ ਗੱਲਾਂ ਸੈਕੰਡਰੀ ਨੇ। ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ। ਇਹ ਲੋਕ ਤਾਂ ਪੌਣੇ 5 ਸਾਲ ਆਰਾਮ ਕਰਦੇ ਆ, ਐਸ਼ਪ੍ਰਸਤੀ ਕਰਦੇ ਆ, ਅਤੇ ਪਿਛਲੇ ਜਿਹੜੇ 3-4 ਮਹੀਨੇ ਉਹਦੇ 'ਚ ਆ ਕੇ ਫਿਰ ਇਹ ਗੱਠਜੋੜ, ਉਹਦੇ 'ਚ ਆ ਕੇ ਸਟ੍ਰੈਟਜੀਆਂ ਬੜਾ ਕੁਝ ਕਰਦੇ ਆ। ਸੋ ਲੋਕ ਇਨਸਾਫ ਪਾਰਟੀ ਤਾਂ ਇਹ ਕਹਿ ਦੇਵਾਂ ਕਿ 5 ਸਾਲ ਲੋਕਾਂ ਵਾਸਤੇ ਸਮਰਪਿਤ ਆ, ਕਰਪਸ਼ਨ ਦੇ ਖਿਲਾਫ ਲੜਾਈ ਲੜਨ ਦੇ ਵਿੱਚ ਸਮਰਪਿਤ ਹੈਗੀ ਆ। ਰਹਿ ਗਈ ਗੱਲ ਅਲਾਇੰਸ ਦੀ, ਮੈਂ ਪਹਿਲਾਂ ਕਿਹਾ ਕਿ ਹਜੇ ਅਲਾਇੰਸ ਵਾਲੇ ਪਾਸੇ ਕੋਈ ਫੋਕਸ ਨਹੀਂ ਗਾ। ਫੋਕਸ ਸਿਰਫ ਤੇ ਸਿਰਫ ਕਿਸਾਨ ਮੋਰਚਾ, ਕਾਲੇ ਕਾਨੂੰਨ ਸਮਾਪਤ ਕਰਕੇ ਜਿੱਤ ਤੇ ਫਤਿਹ ਦੇ ਝੰਡੇ ਕਿੱਦਾਂ ਕੱਢਣੇ, ਉਹਦੇ ਤੇ ਫੋਕਸ ਹੈ। ਸਾਡਾ ਯੂਨਿਟ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆ, ਕਿਤੇ ਬੜੇ ਦਿੱਗਜ ਆ, ਕਿਤੇ ਅਸੀਂ ਵੀਕ ਵੀ ਹੈਗੇ ਆ, ਪਰ ਸਾਡੇ ਕੋਲੇ ਜਥੇਬੰਦਕ ਢਾਂਚਾ ਸਾਰੇ ਜ਼ਿਲ੍ਹਿਆਂ ਦੇ ਅੰਦਰ ਤੇ 117 ਵਿਧਾਨ ਸਭਾ ਹਲਕਿਆਂ ਦੇ ਅੰਦਰ ਢਾਂਚਾ ਹੈਗਾ। ਚੰਗੇ ਲੋਕ ਜਿਹੜੇ ਆ, ਟ੍ਰੈਡੀਸ਼ਨਲ ਪੋਲੀਟਿਕਸ ਕਰਨ ਵਾਲੇ ਨਹੀਂ, ਚੰਗੇ, ਜਿਵੇਂ ਮੋਗੇ ਦੇ ਵਿੱਚ ਤੁਸੀਂ ਕਦੇ ਕਿਸੇ ਪਾਰਟੀ ਦਾ ਕੋਈ ਲੀਡਰ ਦੇਖਿਆ ਹੋਵੇ ਵੀ ਉਹ ਕਰਪਟ ਕਿਸੇ ਸਰਕਾਰੀ ਅਫਸਰ ਨੂੰ ਮੌਕੇ ਦੇ ਉੱਤੇ ਬੇਨਕਾਬ ਕਰਦਾ ਹੋਵੇ, ਮੌਕੇ ਦੇ ਉੱਤੇ ਰਿਸ਼ਵਤ ਦੇ ਪੈਸੇ ਵਾਪਸ ਕਰਾਉਂਦਾ ਹੋਵੇ? ਆਹ 2 ਦਿਨ ਪਹਿਲਾਂ ਦੀ ਗੱਲ ਆ ਮੋਗੇ ਦੇ ਵਿੱਚ। ਸੋ ਲੋਕ ਇਨਸਾਫ ਪਾਰਟੀ ਦਾ ਯੂਨਿਟ 117 ਪੰਜਾਬ ਵਿਧਾਨ ਸਭਾ ਦੇ ਹਲਕਿਆਂ ਦੇ ਵਿੱਚ ਆ ਐਂਡ ਸਾਰੇ ਜ਼ਿਲ੍ਹਿਆਂ ਦੇ ਅੰਦਰ ਬਾਖੂਬੀ ਕੰਮ ਕਰ ਰਿਹਾ। ਪਰ ਫਿਲਹਾਲ ਅਸੀਂ ਜਿਹੜਾ ਕਿਸਾਨ ਮੋਰਚਾ ਹੈਗਾ, ਕਿਸਾਨ ਅੰਦੋਲਨ ਆ, ਉਹਦੇ ਤੇ ਫੋਕਸ ਵੀ, ਉਹਦੇ 'ਚ ਜੋ ਅਸੀਂ ਕਰ ਸਕਦੇ ਹਾਂ ਉਹਦੇ ਲਈ ਵੱਧ ਤੋਂ ਵੱਧ ਕਰ। ਅੱਲਾ ਦੀਆਂ ਮੌਲਾ ਹੀ ਜਾਣੇ, ਹੁਣ ਨਵਜੋਤ ਸਿੱਧੂ ਜੀ ਜਾਣਨ ਤੇ ਜਾਂ ਜਿਹਨੇ ਬੋਰਡ ਲਾਏ ਉਹ ਜਾਣੇ। ਹੁਣ ਸਾਨੂੰ ਕੀ ਪਤਾ ਉਹ ਕਾਂਗਰਸ ਪਾਰਟੀ ਦੇ ਪ੍ਰਦੇਸ਼ ਅਧਿਅਕਸ਼ ਆ, ਉਹਨਾਂ ਨੇ ਕਿਹੜੀ ਸਕੀਮ ਸਟਾਰਟ ਕਰਨੀ ਆ, ਜਾਂ ਉਹਨਾਂ ਦੇ ਵਿਧਾਇਕਾਂ ਨੇ ਜਿਨ੍ਹਾਂ ਨੇ ਬੋਰਡ ਲਾਏ ਆ ਉਹਨਾਂ ਨੇ ਕਿਹੜੀ ਸਕੀਮ ਲਾਂਚ ਕਰਨੀ। ਪਰ ਮੈਂ ਇਹ ਗੱਲ ਜ਼ਰੂਰ ਯਾਦ ਕਰਾਊਂਗਾ ਕਿ 2017 ਦੇ ਵਿੱਚ ਕੀਤੇ ਹੋਏ ਵਾਅਦੇ ਅੱਜ ਲੋਕ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਆ, ਚਾਹੇ ਉਹ ਨੌਕਰੀਆਂ ਦਾ ਵਾਅਦਾ, ਚਾਹੇ ਉਹ ਸਮਾਰਟਫੋਨ ਦਾ ਵਾਅਦਾ, ਤੇ ਚਾਹੇ ਦੂਸਰੇ ਤੀਸਰੇ ਕਰਜ਼ਾ ਮਾਫੀ ਵਾਲੇ ਵਾਅਦੇ ਆ। ਪੂਰਾ ਕੀ ਹੋਇਆ ਉਹਨਾਂ 'ਚੋਂ? ਹੁਣ ਤੁਸੀਂ 7 ਤਰੀਕ ਦੇ ਬੋਰਡ ਦੇ ਵਿੱਚੋਂ ਕੀ ਨਿਕਲਦਾ ਇਹ ਵੀ ਦੇਖ ਲੈਂਦੇ ਆ ਵੀ ਉਹਦੇ 'ਚੋਂ ਕਿਹੜਾ ਸੱਪ ਬਾਹਰ ਕੱਢਦੇ ਆ। ਦੇਖੋ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ ਆ ਬੜੇ ਸੂਝਵਾਨ ਆ। ਉਹ ਮੈਂ ਕੋਈ ਰਾਏ ਦੇ ਦੇਵਾਂ, ਕੋਈ ਪੰਨੂ ਰਾਏ ਦੇ ਦੇਵੇ, ਦੂਸਰਾ ਤੀਸਰਾ ਦੇ ਦੇਵੇ, ਕੋਈ ਮਹੱਤਵ ਨਹੀਂ ਰੱਖਦਾ। ਇੰਨਾ ਵੱਡਾ ਅੰਦੋਲਨ ਇੰਨੇ 9 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਸੂਝਵਾਨਤਾ ਤੇ ਸ਼ਾਲੀਨਤਾ ਦੇ ਨਾਲ ਪੂਰੇ ਪੀਸਫੁਲ ਤਰੀਕੇ ਦੇ ਨਾਲ ਚਲਾਉਣਾ, ਇਹ ਬਹੁਤ ਵੱਡਾ ਇੱਕ ਟਾਰਗੇਟ ਸੀਗਾ ਜਿਹੜਾ ਅਚੀਵ ਕੀਤਾ ਸੰਯੁਕਤ ਕਿਸਾਨ ਮੋਰਚੇ ਦੀ ਸੂਝਵਾਨਤਾ, ਉਹਨਾਂ ਦੇ ਲੀਡਰ ਦੀ ਸੂਝਵਾਨਤਾ ਨੇ। ਸੋ ਕਿਸੇ ਦੀਆਂ ਰਹਿਮਾਂ ਉਹਨਾਂ ਨੂੰ ਮੇਰਾ ਖਿਆਲ ਜ਼ਰੂਰਤ ਨਹੀਂ, ਉਹ ਬੜਾ ਬਾਖੂਬੀ ਜਾਣਦੇ ਆ ਕਿ ਮੋਰਚੇ ਦੇ ਵਿੱਚੋਂ ਸਫਲਤਾ ਕਿੱਦਾਂ ਪ੍ਰਾਪਤ ਕਰ। ਦੇਖੋ, ਬਿਜਲੀ ਮਹਿੰਗੀ ਤਾਂ 2017 ਤੋਂ ਲੈ ਕੇ ਹੁਣ ਤੱਕ ਮਹਿੰਗੀ ਰਹੀ ਹੈ। ਮੇਰੇ ਦੋਸਤ ਪਹਿਲਾਂ ਕਿੱਥੇ ਸੀਗੇ ਜਿਹੜੇ ਅੱਜ ਇਹ ਕਹਿੰਦੇ ਆ ਵੀ ਬਿਜਲੀ ਮਹਿੰਗੀ ਆ, ਰੌਲਾ ਪਾ ਰਹੇ ਆ। ਸੋ ਠੀਕ ਆ, ਬਿਜਲੀ ਜ਼ਰੂਰ ਸਸਤੀ ਹੋਣੀ ਚਾਹੀਦੀ ਆ। ਤੁਸੀਂ ਅੱਜ ਬਿਜਲੀ ਮੁਫਤ ਦੀਆਂ ਗੱਲਾਂ ਕਰੋ। ਸਾਡੇ ਕੋਲੇ 3 ਲੱਖ ਕਰੋੜ ਦਾ ਕਰਜ਼ਾ ਸਾਡੇ ਸੂਬੇ ਦੇ ਸਰਕਾਰੀ ਖਜ਼ਾਨੇ ਦੇ ਉੱਤੇ। ਹਾਊ ਕੈਨ ਇਟ ਪੋਸੀਬਲ ਕਿ ਅਸੀਂ ਆ ਵੀ ਫਰੀ, ਆ ਵੀ ਫਰੀ, ਆ ਵੀ ਫਰੀ? ਇਹ ਸਿਰਫ ਤੇ ਸਿਰਫ ਵੋਟਾਂ ਵਟੋਰਨ ਦੀ ਰਾਜਨੀਤੀ ਤੋਂ ਇਲਾਵਾ ਕੁਝ ਵੀ ਨਹੀਂ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਸੋਰਸ ਆਫ ਇਨਕਮ ਕੀ ਆ। ਖਜ਼ਾਨਾ ਖਾਲੀ ਜਿਹੜਾ 3 ਲੱਖ ਕਰੋੜ ਦਾ ਕਰਜ਼ਾ, ਉਹ ਕਰਜ਼ਾ ਉਤਾਰਨ ਦਾ ਸਾਡੇ ਕੋਲ ਜ਼ਰੀਆ ਕੀ ਹੈ, ਸਾਡੇ ਕੋਲ ਆਮਦਨ ਦੇ ਸਰੋਤ ਕੀ ਹੈ? ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਆ ਵੀ ਇਹ ਸਭ
ਵੋਟਾਂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਪਾਰਟੀਆਂ, ਲੀਡਰ ਝੂਠੇ ਵਾਅਦੇ ਤੇ ਮੁਫਤਖੋਰੀ ਵਾਸਤੇ ਲੋਕਾਂ ਦੀ ਵੋਟ ਲੈਣ ਵਾਸਤੇ ਇੱਕ ਇਹਨਾਂ ਦਾ ਟੂਲ ਬਣਾਇਆ ਹੈ, ਨਥਿੰਗ ਐਲਸ। ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ, SMZ ਨਿਊਜ਼। For latest updates, like and follow our Facebook page SMZ News, and don't forget to subscribe our YouTube channel and press the bell icon.